ਹੈਲੋ ਫਰੈਂਡਸ, ਸਤਿ ਸ਼੍ਰੀ ਅਕਾਲ। ਤਾਂ ਅੱਜ ਅਸੀਂ ਮਿਤੀ 7/11/2020 ਦੀ ਪੈਚ ਸ਼ੀਟ 60 ਕਰਨ ਜਾ ਰਹੇ ਹਾਂ। ਮੈਨੂੰ ਉਮੀਦ ਹੈ ਕਿ ਹਰ ਰੋਜ਼ ਦੀ ਤਰ੍ਹਾਂ ਤੁਸੀਂ ਮੇਰੇ ਨਾਲ ਇਸ ਵੀਡੀਓ ਦੇ ਅਖੀਰ ਤੱਕ ਜ਼ਰੂਰ ਬਣੇ ਰਹੋਗੇ। ਤਾਂ ਚਲੋ ਸਭ ਤੋਂ ਪਹਿਲਾ ਵਿਸ਼ਾ ਪੰਜਾਬੀ ਤੋਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਇਹ ਪੈਰਾ ਪੜ੍ਹਨਾ ਹੈ, ਉਸ ਤੋਂ ਬਾਅਦ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ। ਤਾਂ ਚਲੋ ਪੈਰਾ ਪੜ੍ਹਨਾ ਸ਼ੁਰੂ ਕਰਦੇ ਹਾਂ। ਇੱਕ ਵਾਰ ਦੀ ਗੱਲ ਹੈ, ਔਸਕਰ ਨਾਂ ਦਾ ਇੱਕ ਕੁੱਤਾ ਜੰਗਲ ਵਿੱਚ ਰਹਿੰਦਾ ਸੀ। ਬਰਸਾਤ ਨਾ ਹੋਣ ਕਰਕੇ ਜੰਗਲ ਵਿੱਚ ਸੋਕਾ ਪੈ ਗਿਆ। ਪਾਣੀ ਦੀ ਕਾਫੀ ਕਮੀ ਹੋ ਗਈ। ਇੱਕ ਦਿਨ ਔਸਕਰ ਨੂੰ ਕਾਫੀ ਤ੍ਰੇਹ ਲੱਗੀ। ਫਰੈਂਡਸ, ਤ੍ਰੇਹ ਮਤਲਬ ਪਿਆਸ। ਉਸ ਨੂੰ ਕਿਤੇ ਪਾਣੀ ਨਾ ਮਿਲਿਆ। ਥੱਕ ਹਾਰ ਕੇ ਉਸਨੇ ਆਪਣੇ ਸ਼ਹਿਰੀ ਦੋਸਤ ਜੈਕੀ ਕੋਲ ਜਾਣ ਦਾ ਫੈਸਲਾ ਕੀਤਾ। ਰਸਤੇ ਵਿੱਚ ਉਸਨੇ ਇੱਕ ਨਦੀ ਦੇਖੀ। ਪਾਣੀ ਦੇਖ ਕੇ ਉਹ ਬਹੁਤ ਖੁਸ਼ ਹੋਇਆ। ਜਿਵੇਂ ਹੀ ਉਹ ਪਾਣੀ ਪੀਣ ਲਈ ਨੇੜੇ ਗਿਆ, ਉਸ ਦਾ ਬਦਬੂ ਨਾਲ ਬੁਰਾ ਹਾਲ ਹੋ ਗਿਆ। ਇਸ ਨਦੀ ਵਿੱਚ ਫੈਕਟਰੀਆਂ ਦੁਆਰਾ ਵਿਅਰਥ ਗੰਦਗੀ ਸੁੱਟੀ ਗਈ ਸੀ। ਪਾਣੀ ਦੂਸ਼ਿਤ ਹੋ ਗਿਆ ਸੀ। ਸ਼ਾਮ ਦੇ ਸਮੇਂ ਉਹ ਸ਼ਹਿਰ ਪਹੁੰਚਿਆ। ਉੱਥੇ ਉਸ ਦਾ ਧੂਏ ਨਾਲ ਬੁਰਾ ਹਾਲ ਹੋ ਗਿਆ। ਉਸ ਦਾ ਦਮ ਘੁੱਟਣ ਲੱਗਾ ਸੀ। ਅਚਾਨਕ ਬੱਦਲ ਗਰਜੇ ਅਤੇ ਮੀਂਹ ਪੈਣਾ ਸ਼ੁਰੂ ਹੋ ਗਿਆ। ਸੜਕ ਕਿਨਾਰੇ ਛੋਟੇ-ਛੋਟੇ ਟੋਏ ਪਾਣੀ ਨਾਲ ਭਰ ਗਏ। ਔਸਕਰ ਨੇ ਪਾਣੀ ਪੀਤਾ ਅਤੇ ਜੰਗਲ ਵਿੱਚ ਰਫੂ ਚੱਕਰ ਹੋ ਗਿਆ। ਫਰੈਂਡਸ, ਇਸ ਪੈਰੇ ਵਿੱਚ ਸਾਨੂੰ ਜਲ ਪ੍ਰਦੂਸ਼ਣ ਬਾਰੇ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਫੈਕਟਰੀਆਂ ਹਨ ਜਿਹੜੀਆਂ ਉਹ ਫੈਕਟਰੀ ਦੀ ਗੰਦਗੀ ਪਾਣੀ ਵਿੱਚ ਵਹਾ ਦਿੰਦੀਆਂ ਹਨ, ਜਿਸ ਕਰਕੇ ਇਨਸਾਨਾਂ ਨੂੰ ਤਾਂ ਨੁਕਸਾਨ ਹੁੰਦਾ ਹੀ ਹੈ, ਜਦ ਕਿ ਜਿਹੜੇ ਜਾਨਵਰ ਹਨ ਉਹ ਵੀ ਬਹੁਤ ਮੁਸ਼ਕਿਲ ਵਿੱਚ ਪੈ ਜਾਂਦੇ ਹਨ। ਇਸ ਪੈਰੇ ਵਿੱਚ ਔਸਕਰ ਨਾਂ ਦੇ ਕੁੱਤੇ ਨਾਲ ਇੱਦਾਂ ਹੀ ਹੁੰਦਾ ਹੈ। ਉਸਨੂੰ ਕਾਫੀ ਪਿਆਸ ਲੱਗੀ ਹੋਈ ਹੁੰਦੀ ਹੈ, ਪਰੰਤੂ ਪਾਣੀ ਦੂਸ਼ਿਤ ਹੋਣ ਕਰਕੇ ਉਹ ਨਾ ਤਾਂ ਪਾਣੀ ਪੀ ਸਕਿਆ ਅਤੇ ਜਦ ਉਹ ਆਪਣੇ ਸ਼ਹਿਰੀ ਦੋਸਤ ਜੈਕੀ ਲਵੇ ਗਿਆ ਤਾਂ ਉੱਥੇ ਸ਼ਹਿਰ ਵਿੱਚ ਧੂਏ ਨਾਲ ਵੀ ਉਸਦਾ ਬੁਰਾ ਹਾਲ ਹੋ ਗਿਆ। ਤਾਂ ਫਰੈਂਡਸ, ਇਹ ਸੀ ਅੱਜ ਦਾ ਪੈਰਾ। ਤਾਂ ਚਲੋ ਹੁਣ ਪ੍ਰਸ਼ਨ ਦੇ ਉੱਤਰ ਦਿੰਦੇ ਹਾਂ। ਪ੍ਰਸ਼ਨ ਨੰਬਰ 1, ਔਸਕਰ ਨਾਂ ਦਾ ਕੁੱਤਾ ਕਿੱਥੇ ਰਹਿੰਦਾ ਸੀ? ਫਿਲਮਾਂ ਵਿੱਚ, ਘਰਾਂ ਵਿੱਚ, ਸ਼ਹਿਰ ਵਿੱਚ, ਜੰਗਲ ਵਿੱਚ। ਫਰੈਂਡਸ, ਸਾਨੂੰ ਪਤਾ ਹੈ ਕਿ ਜਿਹੜਾ ਔਸਕਰ ਨਾਂ ਦਾ ਕੁੱਤਾ ਸੀ ਉਹ ਜੰਗਲ ਵਿੱਚ ਰਹਿੰਦਾ ਸੀ। ਤਾਂ ਸੱਸਾ ਆਪਸ਼ਨ ਜਿਹੜਾ ਹੈ ਉਹ ਸਹੀ ਹੈ। ਪ੍ਰਸ਼ਨ ਨੰਬਰ 2, ਰਫੂ ਚੱਕਰ ਹੋਣਾ ਮੁਹਾਵਰੇ ਦਾ ਕੀ ਅਰਥ ਹੈ? ਬੇਹੋਸ਼ ਹੋਣਾ, ਸ਼ਰਮਾ ਜਾਣਾ, ਦੌੜ ਜਾਣਾ, ਖੁਸ਼ ਹੋਣਾ। ਫਰੈਂਡਸ, ਜਿਸ ਤਰ੍ਹਾਂ ਸਾਨੂੰ ਪੜ੍ਹਦੇ ਹੋਏ ਹੀ ਪਤਾ ਲੱਗ ਰਿਹਾ ਕਿ ਰਫੂ ਚੱਕਰ ਹੋਣਾ ਦਾ ਕੀ ਮਤਲਬ ਹੈ, ਦੌੜ ਜਾਣਾ, ਤਾਂ ਈਡੀ ਆਪਸ਼ਨ ਹੈ ਜਿਹੜੀ ਉਹ ਰਾਈਟ ਆਨਸਰ ਹੈ। ਪ੍ਰਸ਼ਨ ਨੰਬਰ 3, ਦਮ ਸ਼ਬਦ ਤੋਂ ਕੀ ਭਾਵ ਹੈ? ਦਿਲ, ਸਾਹ, ਚੰਮ, ਕਮ। ਫਰੈਂਡਸ, ਦਮ ਸ਼ਬਦ ਤੋਂ ਅਰਥ ਹੈ ਸਾਹ। ਜਿਸ ਤਰ੍ਹਾਂ ਕਹਿੰਦੇ ਹਾਂ ਕਿ ਸਾਡਾ ਦਮ ਚੜ੍ਹ ਗਿਆ, ਇਹਦਾ ਮਤਲਬ ਹੁੰਦਾ ਹੈ ਕਿ ਸਾਨੂੰ ਸਾਹ ਚੜ੍ਹ ਗਿਆ। ਤਾਂ ਐੜਾ ਆਪਸ਼ਨ ਜਿਹੜਾ ਹੈ ਉਹ ਸਹੀ ਹੈ। ਪ੍ਰਸ਼ਨ ਨੰਬਰ 4, ਠੀਕ ਵਾਕ ਚੁਣੋ। ਪਾਣੀ ਵੇਖ ਕੇ ਕੁੱਤਾ ਬਹੁਤ ਖੁਸ਼ ਹੋਇਆ। ਪਾਣੀ ਵੇਖ ਕੇ ਕੁੱਤਾ ਬਹੁਤ ਖੁਸ਼ ਹੋਇਆ। ਪਾਣੀ ਵੇਖ ਕੇ ਕੁੱਤਾ ਬਹੁਤ ਖੁਸ਼ ਹੋਆ। ਪਾਣੀ ਵੇਖ ਕੇ ਕੁੱਤਾ ਬਹੁਤ ਖੁਸ਼ ਹੋਇਆ। ਫਰੈਂਡਸ, ਸਾਨੂੰ ਪਤਾ ਲੱਗ ਚੁੱਕਾ ਹੈ ਕਿ ਜਿਹੜਾ ਸੱਸਾ ਆਪਸ਼ਨ ਹੈ ਉਹ ਬਿਲਕੁਲ ਸਹੀ ਹੈ। ਪਾਣੀ ਦੇਖ ਕੇ ਕੁੱਤਾ ਬਹੁਤ ਖੁਸ਼ ਹੋਇਆ। ਦੇਖੋ, ਊੜੇ ਆਪਸ਼ਨ ਵਿੱਚ ਪਾਣੀ ਵੇਖ ਦੀ ਜਗ੍ਹਾ ਉਰੇ ਵੇਖ ਪਾਇਆ ਹੋਇਆ ਹੈ। ਐੜੇ ਆਪਸ਼ਨ ਵਿੱਚ ਪਾਣੀ ਵੇਖ ਕੇ ਕੁੱਤਾ ਬਹੁਤ ਦੀ ਜਗ੍ਹਾ ਬਹੁਤ ਪਾਇਆ ਹੋਇਆ ਹੈ, ਜਦ ਕਿ ਉਰੇ ਤਾਂ ਕੀ ਆਉਣਾ ਸੀ ਫਰੈਂਡਸ? ਉਰੇ ਔਂਕੜ ਆਉਣੀ ਸੀ। ਤੇ ਈਡੀ ਆਪਸ਼ਨ ਪਾਣੀ ਵੇਖ ਕੇ ਕੁੱਤਾ ਬਹੁਤ ਖੁਸ਼ ਹੋਇਆ। ਇੱਕ ਤਾਂ ਇੱਥੇ ਵੇਖ ਦੀ ਜਗ੍ਹਾ ਵੇਖ ਪਾ ਰੱਖਿਆ, ਬਿੰਦੀ ਪਾ ਰੱਖੀ ਹੈ, ਇਹ ਵੀ ਗਲਤ ਹੈ। ਅਤੇ ਹੋਇਆ ਦੀ ਜਗ੍ਹਾ ਹੋਆ, ਹਿੰਦੀ ਸ਼ਬਦ ਵਾਂਗ ਹੋਆ ਵਰਤ ਰੱਖਿਆ ਹੈ। ਫੋਰਥ ਆਪਸ਼ਨ ਪੂਰੀ ਸਹੀ ਆਪਸ਼ਨ ਹੈ। ਪ੍ਰਸ਼ਨ ਨੰਬਰ 5, ਪਾਣੀ ਦੂਸ਼ਿਤ ਹੋਣ ਦਾ ਕੀ ਅਰਥ ਸੀ? ਧੂਏ ਕਾਰਨ। ਪਾਣੀ ਦੂਸ਼ਿਤ ਹੋਣ ਦਾ ਕੀ ਕਾਰਨ ਸੀ? ਧੂਏ ਕਾਰਨ, ਮੀਂਹ ਕਾਰਨ, ਫੈਕਟਰੀਆਂ ਦੀ ਗੰਦਗੀ ਕਾਰਨ, ਘੱਟੇ ਕਾਰਨ। ਫਰੈਂਡਸ, ਜਿਸ ਤਰ੍ਹਾਂ ਆਪਾਂ ਪੜ੍ਹਿਆ ਸੀ ਕਿ ਫੈਕਟਰੀ ਦੇ ਗੰਦਗੀ ਕਰਕੇ ਹੀ ਜਿਹੜਾ ਸਾਰਾ ਪਾਣੀ ਸੀ ਉਹ ਦੂਸ਼ਿਤ ਹੋਇਆ ਪਿਆ ਸੀ। ਤਾਂ ਜਿਹੜਾ ਈਡੀ ਆਪਸ਼ਨ ਆ ਉਹ ਸਹੀ ਹੈ। ਤਾਂ ਹੁਣ ਵਿਸ਼ਾ ਗਣਿਤ। ਪ੍ਰਸ਼ਨ ਨੰਬਰ 1, ਕਿਹੜਾ ਗਿਣਤਾਰਾ ਸਭ ਤੋਂ ਵੱਡੀ ਸੰਖਿਆ ਦਰਸਾ ਰਿਹਾ ਹੈ?
ਦੇਖੋ ਫਰੈਂਡਸ, ਜਿਸ ਤਰ੍ਹਾਂ ਸਾਨੂੰ ਦਿਖ ਰਿਹਾ ਕਿ ਸਾਨੂੰ 4 ਗਿਣਤਾਰੇ ਦਿੱਤੇ ਗਏ ਹਨ ਅਤੇ ਸਾਰੇ ਵਿੱਚ ਕੀ ਹਨ, ਸੈਂਕੜੇ ਤੱਕ ਦੀਆਂ ਰਕਮਾਂ ਹਨ। ਤਾਂ ਚਲੋ ਹੁਣ ਆਪਾਂ ਦੇਖਦੇ ਹਾਂ ਕਿ ਜਿਹੜੀ ਸਭ ਤੋਂ ਵੱਡੀ ਸੰਖਿਆ ਹੈ ਉਹ ਕਿਹੜੀ ਹੈ। ਫਰੈਂਡਸ, ਆਪਾਂ ਜੇ ਊੜੇ ਆਪਸ਼ਨ ਵੱਲ ਦੇਖੀਏ ਤਾਂ ਸੱਸੇ ਵਿੱਚ ਕਿੰਨੇ ਮੋਤੀ ਹਨ? ਚਲੋ ਗਿਣਦੇ ਹਾਂ, 1 2 3 4 5। ਸੱਸੇ ਵਿੱਚ 5 ਮੋਤੀ ਹਨ। ਊੜੇ ਵਿੱਚ 5 ਮੋਤੀ ਹਨ। ਐੜੇ ਵਿੱਚ 1 2 3 4 5 6। ਐੜੇ ਵਿੱਚ 6 ਮੋਤੀ ਹਨ। ਈੜੀ ਵਿੱਚ 1 2 3 4 ਮੋਤੀ ਹਨ ਅਤੇ ਸੱਸੇ ਆਪਸ਼ਨ ਵਿੱਚ ਸੈਂਕੜੇ ਵਿੱਚ ਸਿਰਫ 1 ਮੋਤੀ ਹੈ। ਫਰੈਂਡਸ, ਸਾਨੂੰ ਪਤਾ ਲੱਗ ਚੁੱਕਿਆ ਹੈ ਕਿ ਸਭ ਤੋਂ ਵੱਡੀ ਸੰਖਿਆ ਸੈਂਕੜੇ ਦੀ ਕੀ ਹੈ, ਇਸ ਸਮੇਂ ਆਪਣੇ ਲਵੇ 6 ਹੈ। ਤਾਂ ਕੀ ਹੋਏਗਾ, ਜਿਹੜਾ ਐੜਾ ਆਪਸ਼ਨ ਹੈ ਉਹ ਸਹੀ ਹੈ, ਕਿਉਂਕਿ ਇਸ ਵਿੱਚ ਜਿਹੜੀ ਸੰਖਿਆ ਹੈ ਉਹ ਸਭ ਤੋਂ ਵੱਡੀ ਹੈ। ਪ੍ਰਸ਼ਨ ਨੰਬਰ 2, ਗੁਰਦੀਪ ਦੀ ਟੋਕਰੀ ਵਿੱਚ 164 ਸੇਬ ਹਨ ਅਤੇ ਪ੍ਰਦੀਪ ਦੀ ਟੋਕਰੀ ਵਿੱਚ 146 ਸੇਬ ਹਨ। ਦੋਵਾਂ ਕੋਲ ਕੁੱਲ ਕਿੰਨੇ ਸੇਬ ਹਨ? ਫਰੈਂਡਸ, ਉਰੇ ਜਦ ਸਾਨੂੰ ਪੁੱਛਿਆ ਗਿਆ ਹੈ ਕਿ ਦੋਵਾਂ ਕੋਲ ਕੁੱਲ ਕਿੰਨੇ ਸੇਬ ਹਨ, ਤਾਂ ਅਸੀਂ ਕੀ ਕਰਾਂਗੇ, ਦੋਵਾਂ ਦੇ ਸੇਬਾਂ ਦਾ ਜੋੜ ਕਰਾਂਗੇ। ਫਰੈਂਡਸ, ਤੁਹਾਨੂੰ ਜੋੜ ਕਰਨਾ ਆਉਂਦਾ ਹੈ ਨਾ? ਜੀ ਹਾਂ। ਤਾਂ ਚਲੋ ਜੋੜ ਕਰਕੇ ਦੇਖਦੇ ਹਾਂ। 4 6 10, ਇੱਕ ਗਿਆ ਹਸਲ ਤੇ ਕਿੰਨਾ ਹੋਇਆ 11 ਤੇ ਆ ਗਿਆ 310। ਠੀਕ ਹੈ ਫਰੈਂਡਸ, 310 ਆਇਆ। ਤਾਂ ਹੁਣ ਆਪਾਂ ਆਪਸ਼ਨਸ ਦੇਖਦੇ ਹਾਂ। ਉਹਦੇ ਵਿੱਚ ਲਿਖਿਆ ਹੈ ਕਿ 164 ਤੋਂ ਘੱਟ, 164 ਤੋਂ 146 ਦੇ ਵਿਚਕਾਰ, 300 ਤੋਂ ਵੱਧ, 340 ਤੋਂ ਵੱਧ। ਫਰੈਂਡਸ, ਸਾਨੂੰ ਪਤਾ ਹੈ ਕਿ 310 ਉੱਤਰ ਆਇਆ ਹੈ ਤਾਂ ਕੀ ਹੋਵੇਗਾ, 300 ਤੋਂ ਵੱਧ ਹੋਵੇਗਾ। ਯਾਨੀ ਕਿ ਕਿੰਨਾ ਵੱਧ ਹੈ, 300 ਤੋਂ 10 ਵੱਧ ਹੈ। ਉਰੇ ਸਾਨੂੰ ਜਿਹੜਾ ਹੈ ਸਹੀ ਉੱਤਰ ਬਿਲਕੁਲ ਨਹੀਂ ਦਿੱਤਾ ਗਿਆ ਹੈ, ਇੱਕ ਅੰਦਾਜ਼ਾ ਦਿੱਤਾ ਗਿਆ। ਤਾਂ ਕਿੰਨਾ ਆਏਗਾ, 300 ਤੋਂ ਵੱਧ। ਈਡੀ ਆਪਸ਼ਨ ਜਿਹੜੀ ਉਹ ਸਹੀ ਹੈ। ਪ੍ਰਸ਼ਨ ਨੰਬਰ 3, ਸਾਲ ਦਾ 6ਵਾਂ ਮਹੀਨਾ ਕਿਹੜਾ ਹੁੰਦਾ ਹੈ? ਜਨਵਰੀ, ਜੂਨ, ਅਕਤੂਬਰ, ਨਵੰਬਰ। ਫਰੈਂਡਸ, ਜਿਸ ਤਰ੍ਹਾਂ ਸਾਨੂੰ ਪਤਾ ਹੈ ਕਿ ਜਿਹੜੇ ਮਹੀਨੇ ਵਿੱਚ ਛੁੱਟੀਆਂ ਆਉਂਦੀਆਂ ਹਨ, ਤੁਹਾਨੂੰ ਗਰਮੀ ਦੀਆਂ ਛੁੱਟੀਆਂ ਆਉਂਦੀਆਂ ਹਨ, ਉਹ 6ਵਾਂ ਮਹੀਨਾ ਹੁੰਦਾ ਹੈ ਅਤੇ ਕਿਹੜਾ ਹੁੰਦਾ ਉਹ ਜੂਨ। ਤਾਂ ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਮਈ, ਜੂਨ। ਤਾਂ ਐੜਾ ਆਪਸ਼ਨ ਬਿਲਕੁਲ ਸਹੀ ਹੈ। ਪ੍ਰਸ਼ਨ ਨੰਬਰ 4, ਹੇਠਾਂ ਦਿੱਤੀਆਂ ਵਸਤੂਆਂ ਵਿੱਚੋਂ ਕਿਹੜੀ ਵਸਤੂ ਘਣ ਆਕਾਰ ਦੀ ਹੈ? ਜਿਸ ਤਰ੍ਹਾਂ ਊੜੇ ਆਪਸ਼ਨ ਵਿੱਚ ਸਾਨੂੰ ਕੀ ਦਿੱਤਾ ਗਿਆ ਹੈ, ਇੱਟ ਦਿੱਤੀ ਗਈ ਹੈ। ਐੜੇ ਵਿੱਚ ਇੱਕ ਲੂਡੋ ਵਾਲੀ ਡਾਈਸ ਦਿੱਤੀ ਗਈ ਹੈ। ਈਡੀ ਆਪਸ਼ਨ ਵਿੱਚ ਫੁੱਟਬਾਲ ਦਿੱਤੀ ਗਈ ਹੈ ਅਤੇ ਸੱਸੇ ਆਪਸ਼ਨ ਵਿੱਚ ਸਾਨੂੰ ਇੱਕ ਗਲਾਸ ਦਿੱਤਾ ਗਿਆ ਹੈ। ਫਰੈਂਡਸ, ਘਣ ਵਸਤੂ ਕਿਹੜੀ ਹੁੰਦੀ ਹੈ ਜਿਸ ਦੀਆਂ 6 ਸਾਈਡਸ ਹੋਣ? ਯਾਨੀ ਕਿ ਆਪਾਂ ਦੇਖਦੇ ਹਾਂ ਕਿ ਇਹਨਾਂ ਵਿੱਚੋਂ ਕਿਹੜੀ ਹੈ। ਊੜੇ ਵਿੱਚ ਸਾਨੂੰ ਜਿਸ ਤਰ੍ਹਾਂ ਪਤਾ ਹੈ ਕਿ ਇੱਟ ਹੈ, ਇਸ ਦੀਆਂ ਦੋ ਜਿਹੜੀਆਂ ਸਾਹਮਣੇ ਵਾਲੀਆਂ ਸਾਈਡਸ ਹੁੰਦੀਆਂ ਹਨ ਉਹ ਬਰਾਬਰ ਹਨ। ਜਦ ਕਿ ਐੜੇ ਵਿੱਚ ਕੀ ਹੈ, ਲੂਡੋ ਦਾ ਜਿਹੜੀ ਲੂਡੋ ਦੀ ਡਾਈਸ ਹੈ, ਗੀਟੀ ਹੈ, ਉਸਦੀਆਂ ਸਾਰੀਆਂ ਸਾਈਡਸ ਬਰਾਬਰ ਹਨ। ਜੇਕਰ ਇਹ 3 ਸੈਂਟੀਮੀਟਰ ਹੈ ਤਾਂ ਇਹ ਵਾਲੀ ਵੀ 3 ਸੈਂਟੀਮੀਟਰ ਹੋਏਗੀ। ਜੇਕਰ ਇਹ ਵਾਲੀ 3 ਸੈਂਟੀਮੀਟਰ ਹੈ ਤਾਂ ਇਹ ਵਾਲੀ ਵੀ, ਯਾਨੀ ਕਿ ਸਾਰੀਆਂ ਜਿਹੜੀਆਂ ਉਹ 3 ਸੈਂਟੀਮੀਟਰ ਹੋਣਗੀਆਂ। ਤਾਂ ਇਹਦਾ ਮਤਲਬ ਕੀ ਹੈ ਕਿ ਇਹ ਇੱਕ ਘਣ ਵਸਤੂ ਹੈ। ਤਾਂ ਐੜਾ ਆਪਸ਼ਨ ਬਿਲਕੁਲ ਸਹੀ ਹੈ। ਪ੍ਰਸ਼ਨ ਨੰਬਰ 5, ਹੇਠਾਂ ਦਿੱਤੀ ਸਾਰਣੀ ਕਾਰ ਪਾਰਕਿੰਗ ਵਿੱਚ ਅਲੱਗ-ਅਲੱਗ ਰੰਗ ਦੀਆਂ ਕਾਰਾਂ ਦੀ ਗਿਣਤੀ ਦਰਸਾ ਰਹੀ ਹੈ। ਸਾਰਣੀ ਦੇਖੋ ਅਤੇ ਦੱਸੋ ਕਿ ਕਾਰ ਪਾਰਕਿੰਗ ਵਿੱਚ ਸਭ ਤੋਂ ਵੱਧ ਕਾਰਾਂ ਕਿਹੜੇ ਰੰਗ ਦੀਆਂ ਹਨ? ਫਰੈਂਡਸ ਦੇਖੋ, ਸਭ ਤੋਂ ਪਹਿਲਾਂ ਇਹ ਆਪਾਂ ਨੂੰ ਕਾਰਾਂ ਦਾ ਰੰਗ ਦਿੱਤਾ ਗਿਆ ਹੈ, ਉਸ ਤੋਂ ਬਾਅਦ ਕਾਰਾਂ ਦੀ ਗਿਣਤੀ। ਸਭ ਤੋਂ ਪਹਿਲਾਂ ਜਿਹੜੀ ਲਾਲ ਗੱਡੀਆਂ ਹਨ, ਕਿੰਨੀਆਂ ਹਨ? 15। ਚਿੱਟੀਆਂ ਗੱਡੀਆਂ ਹਨ 27, ਕਾਲੀਆਂ ਹਨ 7 ਅਤੇ ਪੀਲੀਆਂ ਹਨ 17। ਇਹਦੇ ਵਿੱਚ ਸਾਨੂੰ ਸਭ ਤੋਂ ਵੱਧ ਰੰਗ ਦੀ ਕਾਰ ਪੁੱਛੀ ਗਈ ਹੈ ਕਿ ਸਭ ਤੋਂ ਵੱਧ ਕਿਹੜੀ ਹੈ। ਤਾਂ ਜਿਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਸਭ ਤੋਂ ਵੱਧ ਕਿਹੜੀ ਹੈ,
27 यानी कि चिट्टी ਜਿਹੜੀ है ਉਹ सब तो ਵੱਧ है, चिट्टी रंग ਦੀ ਕਾਰ सब तो ज़्यादा है क्योंकि इसकी गिनती 27 है। तो की ऑप्शन आएगी लाल, चिट्टा, पीला, काला। एड़ा ऑप्शन बिल्कुल सही है, चिट्टा। तो नैक्सट सबजैक्ट इंग्लिश। ਇਹਦੇ ਵਿੱਚ ਅਸੀਂ ਇਹ ਪੈਰਾ ਪੜ੍ਹਨਾ ਹੈ, ਉਸ ਤੋਂ ਬਾਅਦ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ। ਤਾਂ ਚਲੋ ਸਭ ਤੋਂ ਪਹਿਲਾਂ ਪੈਰਾ ਪੜ੍ਹਨਾ ਸ਼ੁਰੂ ਕਰਦੇ ਹਾਂ। ਤੁਸੀਂ ਵੀ ਮੇਰੇ ਨਾਲ ਨਾਲ ਪੜ੍ਹੋ। Once upon a time in a forest there was a birthday party of lion। ਕੀ ਕਹਿ ਰਹੇ ਹਨ ਕਿ ਇੱਕ ਵਾਰ ਦੀ ਗੱਲ ਹੈ, ਜੰਗਲ ਵਿੱਚ ਜਿਹੜੀ ਸ਼ੇਰ ਦੀ ਕੀ ਹੈ ਜਨਮ ਦਿਨ ਦੀ ਪਾਰਟੀ ਚੱਲ ਰਹੀ ਸੀ। The lion invited all the animals to come to his birthday party। ਸ਼ੇਰ ਨੇ ਸਾਰੇ ਜਾਨਵਰ ਉਸ ਪਾਰਟੀ ਵਿੱਚ ਬੁਲਾਏ, ਯਾਨੀ ਕਿ ਆਪਣੀ ਬਰਥਡੇ ਪਾਰਟੀ ਵਿੱਚ ਬੁਲਾਏ। ਟਾਈਗਰ, ਬੀਅਰ, ਹਾਰਸ, ਮੰਕੀ, ਐਲੀਫੈਂਟ ਐਂਡ ਅਦਰ ਐਨੀਮਲਸ ਕੇਮ ਐਟ 6 PM। ਕੀ ਕਹਿੰਦੇ ਆ ਕਿ ਜਿਹੜਾ ਚੀਤਾ, ਭਾਲੂ, ਘੋੜਾ, ਬਾਂਦਰ, ਹਾਥੀ ਅਤੇ ਬਾਕੀ ਜਾਨਵਰ ਕਦੋਂ ਆ ਗਏ? 6 ਵਜੇ ਹੀ ਆ ਗਏ। ਦੇ ਕੱਟ ਦਾ ਕੇਕ ਐਟ 6:30 PM। ਉਹਨਾਂ ਨੇ ਕਦੋਂ ਕੱਟਿਆ? ਸ਼ਾਮ ਦੇ 6:30 ਵਜੇ ਉਹਨਾਂ ਨੇ ਕੇਕ ਕੱਟਿਆ। ਦੇਰ ਵਾਜ਼ ਐਵਰੀ ਟਾਈਪ ਆਫ ਫੂਡ। ਉੱਥੇ ਹਰ ਕਿਸਮ ਦਾ ਭੋਜਨ ਸੀ, ਲਾਈਕ ਕੇਕ, ਸਨੈਕਸ, ਫਰੂਟਸ, ਸ਼ੇਕਸ, ਕੌਫੀ ਐਂਡ ਚੋਕਲੇਟਸ। ਕੀ ਸੀਗਾ ਫਰੈਂਡਸ? ਕੇਕ ਸੀ, ਸਨੈਕ ਯਾਨੀ ਕਿ ਪਕੌੜੇ ਵਗੈਰਾ ਹੋ ਗਏ, ਫਰੂਟਸ ਫਲ ਹੋ ਗਏ, ਸ਼ੇਕਸ ਜਿਸ ਤਰ੍ਹਾਂ ਆਪਾਂ ਜੂਸ ਪੀਂਦੇ ਹਾਂ ਉਹ ਹੋ ਗਏ, ਕੌਫੀ ਹੋ ਗਈ ਅਤੇ ਚੋਕਲੇਟਸ ਵੀ ਸੀ। ਦੇ ਡਾਂਸਡ ਅੰਟਿਲ 12 PM। ਉਹ ਰਾਤ ਦੇ 12 ਵਜੇ ਤੱਕ ਨੱਚੀ ਗਏ। ਦੇ ਹੈਡ ਲੋਟ ਆਫ ਫਨ। ਉਹਨਾਂ ਨੇ ਬਹੁਤ ਹੀ ਜ਼ਿਆਦਾ ਮਜ਼ਾ ਕੀਤਾ। ਤਾਂ ਇਹ ਸੀ ਅੱਜ ਦਾ ਪੈਰਾ। ਚਲੋ ਹੁਣ ਪ੍ਰਸ਼ਨਾਂ ਦੇ ਉੱਤਰ ਦਿੰਦੇ ਹਾਂ। ਕੁਐਸਚਨ ਨੰਬਰ 1, ਹੂਜ਼ ਬਰਥਡੇ ਪਾਰਟੀ ਵਾਜ਼ ਅਰੇਂਜਡ। ਕਿਸ ਦੀ ਬਰਥਡੇ ਪਾਰਟੀ ਸੀ? ਟਾਈਗਰ, ਲਾਇਨ, ਬੀਅਰ, ਮੰਕੀ। ਕਿਸ ਦੀ ਸੀ ਫਰੈਂਡਸ? ਜੀ ਹਾਂ, ਸਹੀ, ਲਾਇਨ ਦੀ। ਵੈਨ ਡਿਡ ਦ ਐਨੀਮਲਸ ਰੀਚ ਐਟ ਦ ਪਾਰਟੀ। ਵੀ ਜਿਹੜੇ ਜਾਨਵਰ ਸੀਗੇ ਉਹ ਪਾਰਟੀ ਵਿੱਚ ਕਦੋਂ ਪਹੁੰਚੇ? 5 PM, 6 PM, 7 PM, 6:30 PM। ਫਰੈਂਡਸ ਜਿਸ ਤਰ੍ਹਾਂ ਸਾਨੂੰ ਪਤਾ ਹੈ ਕਿ 6:30 ਵਜੇ ਉਹਨਾਂ ਨੇ ਕੇਕ ਕੱਟ ਕੀਤਾ ਸੀ ਅਤੇ ਜਿਹੜੇ ਬਾਕੀ ਸਾਰੇ ਜਾਨਵਰ ਸੀ ਕਿੰਨੇ ਵਜੇ ਆ ਗਏ ਸੀ? 6 ਵਜੇ। ਤਾਂ ਬੀ ਆਪਸ਼ਨ ਜਿਹੜਾ ਉਹ ਸਹੀ ਹੈ। ਕੁਐਸਚਨ ਨੰਬਰ 3, ਵਿਚ ਆਫ ਥੀਸ ਇਜ਼ ਅ ਡੋਮੈਸਟਿਕ ਐਨੀਮਲ। ਇਹਨਾਂ ਵਿੱਚੋਂ ਕਿਹੜਾ ਪਾਲਤੂ ਜਾਨਵਰ ਹੈ? ਹਾਰਸ, ਬੀਅਰ, ਟਾਈਗਰ, ਲਾਇਨ। ਫਰੈਂਡਸ ਦੇਖੋ, ਜਿਹੜਾ ਬੀਅਰ ਹੈ ਉਹ ਵੀ ਜੰਗਲੀ ਜਾਨਵਰ ਹੈ, ਉਸਨੂੰ ਆਪਾਂ ਘਰ ਨਹੀਂ ਪਾਲ ਸਕਦੇ, ਨਾ ਹੀ ਟਾਈਗਰ ਨੂੰ ਪਾਲ ਸਕਦੇ ਹਾਂ ਅਤੇ ਨਾ ਹੀ ਲਾਇਨ ਯਾਨੀ ਕਿ ਸ਼ੇਰ ਨੂੰ ਪਾਲ ਸਕਦੇ ਹਾਂ। ਤਾਂ ਇਹ ਤਿੰਨੋਂ ਆਪਸ਼ਨ ਤਾਂ ਨਹੀਂ ਹੈਗੇ। ਤਾਂ ਕੀ ਹੈ ਜਿਹੜਾ ਹਾਰਸ ਹੈ ਉਹ ਕਈ ਲੋਕਾਂ ਨੇ ਘਰਾਂ ਵਿੱਚ ਪਾਲਿਆ ਹੁੰਦਾ ਹੈ। ਤਾਂ ਜਿਹੜਾ ਇਹ ਆਪਸ਼ਨ ਹੈ ਉਹ ਬਿਲਕੁਲ ਸਹੀ ਹੈ। ਕੁਐਸਚਨ ਨੰਬਰ 4, ਚੂਜ਼ ਦ ਇਨਕਰੈਕਟ ਆਪਸ਼ਨ ਫॉर ਵਰਬ। ਕਹਿੰਦੇ ਇਹਨਾਂ 'ਚੋਂ ਦੱਸਣਾ ਹੈ ਕਿ ਕਿਹੜਾ ਵਰਬ ਨਹੀਂ ਹੈ। ਡਾਂਸ, ਕੱਟ, ਕਮ, ਐਵਰੀ। ਫਰੈਂਡਸ ਸਾਨੂੰ ਪਤਾ ਹੈ ਕਿ ਡਾਂਸ ਵਰਬ ਦੀ ਫਾਰਮ ਹੈ, ਜਿਵੇਂ ਡਾਂਸ, ਡਾਂਸ, ਡਾਂਸਡ। ਕੱਟ, ਕਟਿਡ, ਕਟਿਡ। ਕਮ, ਕੇਮ, ਕਮ। ਐਵਰੀ। ਫਰੈਂਡਸ ਦੇਖੋ ਐਵਰੀ ਕੋਈ ਵਰਬ ਨਹੀਂ ਹੈ, ਤਾਂ ਡੀ ਆਪਸ਼ਨ ਹੈ ਜਿਹੜਾ ਉਹ ਸਹੀ ਹੈ। ਕੁਐਸਚਨ ਨੰਬਰ 5, the opposite word of come is। यानी कि कम ਦਾ ਉਲਟ ਸ਼ਬਦ ਕੀ ਹੋਵੇਗਾ? came, gone, go, back। ਫਰੈਂਡਸ ਜਿਸ ਤਰ੍ਹਾਂ ਸਾਨੂੰ ਪਤਾ ਹੈ ਕਿ ਕਮ ਮਤਲਬ ਆਉਣਾ ਅਤੇ go ਮਤਲਬ ਜਾਣਾ, ਤਾਂ ਸੀ ਆਪਸ਼ਨ ਹੈ ਜਿਹੜਾ ਉਹ ਸਹੀ ਹੈ। ਫਰੈਂਡਸ ਇਹ ਸੀ ਸਾਡਾ ਇੰਗਲਿਸ਼ ਦਾ ਸਬਜੈਕਟ, ਇੰਗਲਿਸ਼ ਦੀ ਪੈਚ ਸ਼ੀਟ। ਅਤੇ ਫਰੈਂਡਸ ਦੇਖੋ ਜਿਸ ਤਰ੍ਹਾਂ ਉਰੇ ਮੇਰੇ ਤੋਂ ਕੱਟ ਕਿਹਾ ਗਿਆ ਤਾਂ ਉਰੇ ਕੀ ਆਏਗਾ? ਕੱਟ, ਕਟਿਡ, ਕਟਿਡ ਕਿਹਾ ਗਿਆ ਤਾਂ ਕੀ ਆਏਗਾ? ਕੱਟ, ਕੱਟ, ਕੱਟ। ਤਾਂ ਫਰੈਂਡਸ ਨੈਕਸਟ ਵਿਸ਼ੇ ਹਿੰਦੀ।
इसमें भी हमने सबसे पहले ये पैरा पढ़ना है, उसके बाद ये प्रश्नों के उत्तर देने हैं। रानी आज बहुत उदास है। कल उसकी पाठशाला में खेल प्रतियोगिता होने जा रही है। वह कई दिनों से इसके लिए तैयारी कर रही थी, मगर आज जब फाइनल रिहर्सल हुई तो वह उसमें चौथा स्थान ही पा सकी। दादी माँ ने रानी से उसकी उदासी का कारण पूछा। रानी ने उन्हें सारी बात बताई। फ्रेंड्स, इसमें हमें क्या कहा गया है कि जो एक लड़की रानी है वह आज बहुत उदास थी। क्यों उदास थी? क्योंकि कल उसकी पाठशाला में क्या थी, खेल प्रतियोगिता होने जा रही थी, वह जिसकी वह कई दिनों से तैयारी भी कर रही थी। मगर जब आज रिहर्सल होने लगी फाइनल, तो वह उसमें कौन सा स्थान प्राप्त किया? चौथा स्थान प्राप्त किया, जिससे वह बहुत दुखी हो गई। जब वह उदास होकर बैठी थी तो उसके दादी माँ ने उसका कारण पूछा, तो रानी ने उन्हें सारी बात बताई। चलो अब प्रश्न करते हैं। प्रश्न नंबर 1। रानी आज बहुत डैश थी। उदास, खुश, परेशान, हैरान। फ्रेंड्स, जैसे कि हमें पता है वह चौथे स्थान पर आई थी, इसलिए वह बहुत उदास थी। प्रश्न नंबर 2। रानी की पाठशाला में कौन सी प्रतियोगिता होने जा रही है? भाषण प्रतियोगिता, गायन प्रतियोगिता, ड्राइंग प्रतियोगिता, खेल प्रतियोगिता। फ्रेंड्स, कौन सी प्रतियोगिता होने जा रही थी? खेल प्रतियोगिता। फोर्थ ऑप्शन इज राइट। फाइनल रिहर्सल में रानी ने कौन सा स्थान प्राप्त किया? पहला, दूसरा, तीसरा, चौथा। फ्रेंड्स, जिस तरह हमें पता था कि उसने कौन सा स्थान प्राप्त किया था? चौथा। तो फोर्थ ऑप्शन इज राइट। क्वेश्चन नंबर 4। प्रतियोगिता का समानार्थी शब्द क्या है? प्रतियोगिता का समानार्थी शब्द देखते हैं। उदास, खेल, मुकाबला, तैयारी। फ्रेंड्स, समानार्थी शब्द कौन सा होता है जैसे शब्द दो अलग अलग हों लेकिन अर्थ एक ही हो। जैसे प्रतियोगिता का क्या अर्थ होता है? एक और मुकाबला। हम प्रतियोगिता भी बोल देते हैं और मुकाबला भी। तो जो थर्ड ऑप्शन है वो बिल्कुल सही है। प्रश्न नंबर 5। रानी ने किसे अपनी सारी बात बताई? माँ को, दादी को, पिताजी को, भाई को। फ्रेंड्स, किन से बताई थी? अपनी दादी को। तो सेकंड ऑप्शन जो है वो सही है। सेकंड ऑप्शन दादी को बताई थी, तो ये सही है। नेक्स्ट विषय वातावरण शिक्षा। प्रश्न नंबर 1। प्रश्न नंबर 1 हेठा दिती सॉरी फ्रेंड्स, हेठा दिती तस्वीर किहड़ी रुत वा संकेत दे रही है? देखो फ्रेंड्स, जिस तरह कि ਅਸੀਂ देख सकते हैं कि ਸਾਰੇ ਬੱਚੇ ਹਨ ਉਹ ਬਰਫ਼ ਵਿੱਚ ਖੇਡ ਰਹੇ ਹਨ। ਸਾਰਿਆਂ ਨੇ ਗਰਮ ਕੱਪੜੇ ਪਾਏ ਹਨ, ਟੋਪੀਆਂ ਲਈਆਂ ਹਨ ਤੇ ਬਰਫ਼ ਪੈ ਰਹੀ ਹੈ। ਦੇਖੋ ਫਰੈਂਡਸ, ਕਿੰਨੇ ਗਰਮ ਕੱਪੜੇ ਪਾਏ ਹੋਏ ਹਨ। ਤਾਂ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕਿਹੜੀ ਰੁੱਤ ਚੱਲ ਰਹੀ ਹੈ। ਪਰ ਫਿਰ ਵੀ ਅਸੀਂ ਇੱਕ ਵਾਰ ਕੀ ਦੇਖਦੇ ਹਾਂ, ਆਪਸ਼ਨਸ ਦੇਖਦੇ ਹਾਂ। गर्मी, पतझड़, सर्दी, कोई भी नहीं। फ्रेंड्स, गर्म कपड़े पाए हुए हैं, बर्फ पै रही है, मतलब कि है सर्दी की रुत है। तो थर्ड ऑप्शन इज राइट। प्रश्न नंबर 2। हेठ लिखियां विचों आदिवासी लोगों का किस नाल दा संबंध किस नाल है? फ्रेंड्स, ਇਹਦੇ ਵਿੱਚ ਅਸੀਂ ਦੱਸਣਾ ਹੈ ਕਿ ਇਸ ਪਦ ਸੇ ਸਾਨੂੰ ਆਪਸ਼ਨਸ ਦਿੱਤੇ ਗਏ ਨੇ ਜਿਸ ਨੂੰ ਅਸੀਂ ਮੈਚ ਕਰਨਾ ਹੈ ਅਤੇ ਦੱਸਣਾ ਹੈ ਕਿ ਆਦੀਵਾਸੀ ਲੋਕਾਂ ਦਾ ਸੰਬੰਧ ਕਿਹਦੇ ਨਾਲ ਹੈ। ਭੋਜਨ। ਫਰੈਂਡਸ, ਸਾਨੂੰ ਪਤਾ ਹੈ ਭੋਜਨ ਕੀ ਹੈ? ਕਣਕ ਦੀ ਰੋਟੀ ਕੀ ਹੈ? ਭੋਜਨ ਹੈ। ਭੰਗੜਾ, ਪੰਜਾਬ, ਜੰਗਲ, ਸਿੱਖਿਆ। ਫਰੈਂਡਸ ਦੇਖੋ, ਭੰਗੜਾ ਪੰਜਾਬ ਦਾ ਲੋਕ ਨਾਚ ਹੈ ਤਾਂ ਕੀ ਆਏਗਾ? ਪੰਜਾਬ। ਸਕੂਲ, ਸਿੱਖਿਆ, ਅਸੀਂ ਸਕੂਲ ਵਿੱਚ ਸਿੱਖਿਆ ਪ੍ਰਾਪਤ ਕਰਦੇ ਹਾਂ। ਆਦੀਵਾਸੀ ਲੋਕ ਜੰਗਲ ਵਿੱਚ ਰਹਿੰਦੇ ਹਨ, ਤਾਂ ਇਹ ਆਪਸ਼ਨ ਸਹੀ ਹੈ। ਹੁਣ ਆਪਾਂ ਨੀਚੇ ਦੇਖਦੇ ਹਾਂ। ਕਣਕ ਦੀ ਰੋਟੀ, ਜੰਗਲ, ਪੰਜਾਬ, ਸਿੱਖਿਆ। ਫਰੈਂਡਸ, ਆਦੀਵਾਸੀ ਲੋਕ ਕਿੱਥੇ ਰਹਿੰਦੇ ਹਨ? ਜੰਗਲ ਵਿੱਚ। ਤਾਂ ਸੈਕੰਡ ਆਪਸ਼ਨ ਸਹੀ ਹੈ। ਪ੍ਰਸ਼ਨ ਨੰਬਰ 3। ਇਸ ਜਾਨਵਰ ਦੀ ਨਜ਼ਰ
ਹਨੇਰੇ ਵਿੱਚ ਮਨੁੱਖ ਨਾਲੋਂ 6 ਗੁਣਾ ਵੱਧ ਹੁੰਦੀ ਹੈ। ਬਿੱਲੀ ਦੀ, ਭਾਲੂ ਦੀ, ਚੀਤੇ ਦੀ, ਹਾਥੀ ਦੀ। ਫਰੈਂਡਸ, ਬਿੱਲੀ ਦੀ ਨਜ਼ਰ ਰਾਤ ਨੂੰ ਬਹੁਤ ਤੇਜ਼ ਹੋ ਜਾਂਦੀ ਹੈ ਕਿਉਂਕਿ ਉਸ ਦੀਆਂ ਜਿਹੜੀਆਂ ਅੱਖਾਂ ਹਨ ਉਹ ਬਹੁਤ ਚਮਕਦੀਆਂ ਹਨ। ਇਸ ਦਾ ਮਤਲਬ ਕੀ ਹੈ ਕਿ ਬਿੱਲੀ ਦੀ ਜਿਹੜੀ ਨਜ਼ਰ ਹੈ ਉਹ ਬਹੁਤ ਤੇਜ਼ ਹੋ ਜਾਂਦੀ ਹੈ। ਪ੍ਰਸ਼ਨ ਨੰਬਰ 4, ਕਬੱਡੀ ਖੇਡਣ ਲਈ ਤਾਕਤ ਅਤੇ ਫੁਰਤੀ ਦੀ ਲੋੜ ਹੁੰਦੀ ਹੈ। ਇਸ ਦੇ ਨਾਲ ਕਿਸ ਚੀਜ਼ ਦੀ ਲੋੜ ਹੁੰਦੀ ਹੈ? ਫਰੈਂਡਸ ਦੇਖੋ, ਭਾਰੇ ਸਰੀਰ ਦੀ ਲੋੜ ਹੁੰਦੀ ਹੈ, ਮੋਟੀਆਂ ਅੱਖਾਂ ਦੀ ਲੋੜ ਹੁੰਦੀ ਹੈ, ਲੰਮੇ ਸਾਹ ਦੀ ਲੋੜ ਹੁੰਦੀ ਹੈ, ਗੋਰੇ ਰੰਗ ਦੀ ਲੋੜ ਹੁੰਦੀ ਹੈ। ਫਰੈਂਡਸ ਦੇਖੋ, ਲੰਮੇ ਸਾਹ ਦੀ ਲੋੜ ਹੁੰਦੀ ਹੈ ਕਿਉਂਕਿ ਕਬੱਡੀ ਖੇਡਣ ਵਕਤ ਸਾਨੂੰ ਲਗਾਤਾਰ ਕਬੱਡੀ 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 ਇਸ ਤਰ੍ਹਾਂ ਬੋਲਣਾ ਪੈਂਦਾ ਹੈ, ਤਾਂ ਲੰਮੇ ਸਾਹ ਦੀ ਲੋੜ ਹੁੰਦੀ ਹੈ। ਪ੍ਰਸ਼ਨ ਨੰਬਰ 5, ਬਾਘ ਦੀ ਸੰਬੰਧੀ ਕਿਹੜਾ ਕਥਨ ਗਲਤ ਹੈ? ਬਾਘ ਬਿੱਲੀ ਪਰਿਵਾਰ ਦਾ ਵੱਡਾ ਜੀਵ ਹੈ। ਬਾਘ ਦਾ ਭਾਰ 300 ਕਿਲੋਗ੍ਰਾਮ ਹੁੰਦਾ ਹੈ। ਬਾਘ ਦੀ ਛਾਤੀ ਦਾ ਰੰਗ ਚਿੱਟਾ ਹੁੰਦਾ ਹੈ। ਬਾਘ ਦੇ ਸਰੀਰ ਉੱਤੇ ਕਾਲੀਆਂ ਚਿੱਟੀਆਂ ਧਾਰੀਆਂ ਹੁੰਦੀਆਂ ਹਨ। ਫਰੈਂਡਸ, ਇਹ ਕੋਈ ਜਿਹੜਾ ਕਥਨ ਹੈ ਬਾਘ ਦੇ ਲਈ ਉਹ ਗਲਤ ਹੈ। ਬਾਘ ਦੇ ਸਰੀਰ ਉੱਤੇ ਕਾਲੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ, ਤਾਂ ਚਿੱਟੀਆਂ ਕਾਲੀਆਂ ਨਹੀਂ ਹੁੰਦੀਆਂ, ਜਦਕਿ ਉਸਦੀ ਛਾਤੀ ਜਿਹੜੀ ਹੈ ਉਹ ਚਿੱਟੇ ਰੰਗ ਦੀ ਹੁੰਦੀ ਹੈ ਅਤੇ ਜਿਹੜਾ ਬਾਘ ਦਾ ਭਾਰ ਹੁੰਦਾ ਹੈ ਉਹ 300 ਕਿਲੋਗ੍ਰਾਮ ਵੀ ਹੁੰਦਾ ਹੈ। ਤਾਂ ਫਰੈਂਡਸ, ਇਹ ਸੀ ਅੱਜ ਦੀ ਪੈਚ ਸ਼ੀਟ। ਤਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਇਹ ਸਮਝ ਲੱਗ ਗਈ ਹੋਵੇਗੀ ਅਤੇ ਤੁਸੀਂ ਇੱਕ ਵਾਰ ਇਸ ਨੂੰ ਖੁਦ ਕਰਨ ਦੀ ਕੋਸ਼ਿਸ਼ ਵੀ ਜ਼ਰੂਰ ਕਰਨਾ। ਤਾਂ ਓਕੇ ਫਰੈਂਡਸ, ਬਾਏ, ਹੈਵ ਅ ਨਾਈਸ ਡੇ।